हाँ जी हेलो स्टूडेंट्स बेटा लास्ट लैक्चर 'ਚ ਆਪਾਂ ਕੀਤਾ ਸੀ ਐਨੋਡਿਕ ਸੈਕਰੀਫਿਸ਼ੀਅਲ ਪ੍ਰੋਡਕਸ਼ਨ। ਅੱਜ ਆਪਾਂ ਕਰਨਾ ਹੈ ਐਪਲੀਕੇਸ਼ਨ ਆਫ ਐਨੋਡਿਕ ਕੈਥੋਡਿਕ ਐਂਡ ਆਰਗੈਨਿਕ ਇਨਹੀਬਿਟਰਸ। ਸੋ ਬੇਟਾ ਸਭ ਤੋਂ ਪਹਿਲਾਂ ਤਾਂ ਵਰਡ ਆਉਂਦਾ ਹੈ ਇਨਹੀਬਿਟਰ। ਕਿਆ ਹੁੰਦਾ ਹੈ ਇਨਹੀਬਿਟਰ? ਕੋਈ ਵੀ ਉਹ ਸਬਸਟੈਂਸ ਹੁੰਦਾ ਹੈ ਜਿਹਨੂੰ ਜਦੋਂ ਆਪਾਂ ਸਮॉल ਕੁਆਂਟੀਟੀ ਦੇ ਅੰਦਰ ਮੈਟਲ ਦੇ ਇਨਵਾਇਰਮੈਂਟ ਦੇ ਅੰਦਰ ਐਡ ਕਰਦੇ ਹੈ ਤਾਂ ਕੋਰੋਜ਼ਨ ਰੇਟ ਨੂੰ ਘਟਾਉਂਦਾ ਹੈ, ਉਹਨੂੰ ਡਿਕਰੀਜ਼ ਕਰਦਾ ਹੈ, ਇਨਹਿਬਿਟ ਕਰਦਾ ਹੈ। So, inhibitor may be defined as any substance which when added in small quantities to the environment decreases the corrosion rate। ਇਹ ਜਿਹੜੇ inhibitors ਹੁੰਦੇ ਆ ਬੇਟਾ ਇਹ ਤਿੰਨ ਟਾਈਪ ਦੇ ਹੈ। ਇੱਥੇ ਮੈਂ ਚਾਰਟ ਦੀ ਫਾਰਮ 'ਚ ਬੇਟਾ ਇਹ ਬਣਾਇਆ ਹੈ। ਪਹਿਲਾ ਐਨੋਡਿਕ ਇਨਹੀਬਿਟਰ, ਦੂਜਾ ਕੈਥੋਡਿਕ ਇਨਹੀਬਿਟਰ, ਤੀਜਾ ਵੇਪਰ ਫੇਜ਼ ਇਨਹੀਬਿਟਰ। ਸੋ ਪਹਿਲਾ ਆ ਗਿਆ ਸਾਡਾ ਐਨੋਡਿਕ ਇਨਹੀਬਿਟਰ। ਇਹ ਜਿਹੜਾ ਬੇਟਾ ਇਨਹੀਬਿਟਰ ਹੈ ਇਹ ਸਪਰੈਸ ਕਰਦਾ ਹੈ, ਰੋਕਦਾ ਹੈ, ਘਟਾਉਂਦਾ ਹੈ ਐਨੋਡਿਕ ਰਿਐਕਸ਼ਨਸ ਨੂੰ। ਇਹਦਾ ਐਗਜ਼ਾਮਪਲ ਹੈ ਆਕਸੀਡਾਈਜ਼ਿੰਗ ਏਜੰਟ ਸਚ ਐਜ਼ ਫਾਸਫੇਟਸ ਐਂਡ ਕ੍ਰੋਮੇਟਸ। ਬੇਟਾ ਦੋ ਐਗਜ਼ਾਮਪਲ ਹਰ ਇੱਕ ਟਾਈਪ ਦੇ ਯਾਦ ਕਰ ਲੈਣੇ ਆ। ਦੂਜਾ ਕੈਥੋਡਿਕ ਇਨਹੀਬਿਟਰ, ਇਹ ਬੇਟਾ ਪ੍ਰੀਵੈਂਟ ਕਰਦਾ ਜਿੱਦਾਂ ਆਪਾਂ ਕੀਤਾ ਸੀ ਦੋ ਤਰੀਕੇ ਦੇ ਕੋਰੋਜ਼ਨ, ਜਾਂ ਤਾਂ ਹਾਈਡਰੋਜਨ ਇਵੋਲਿਊਸ਼ਨ ਨੂੰ ਰੋਕਦਾ ਹੈ ਐਸਿਡਿਕ ਮੀਡੀਅਮ ਦੇ ਅੰਦਰ, ਜਾਂ ਫਿਰ ਆਕਸੀਜਨ ਐਬਜ਼ੌਰਪਸ਼ਨ ਐਟ ਕੈਥੋਡਿਕ ਏਰੀਆ ਉਹਨੂੰ ਪ੍ਰੀਵੈਂਟ ਕਰਦਾ ਹੈ। एग्जाम्पल कैल्शियम बाइकार्बोनेट इन हार्ड वाटर, या फिर मैग्नीशियम निकल जिंक सॉल्ट। तीजा आ गया बेटा वेपर फेज इनहिबिटर। ये सबलाइम करके प्रोटेक्टिव लेयर फॉर्म बना लेंदा है, फॉर्म करता है ऑन द सरफेस ऑफ मैटल। एग्जाम्पल अमीन्स और ऑर्गेनिक नाइट्रेट्स। सो ये बेटा हो गए तीन टाइप। आई एम अगेन रिपीटिंग, इनहिबिटर वो सबसटांस है जिन्हों ਆਪਾਂ ਜਦੋਂ थोड़ी अमाउंट ਦੇ ਅੰਦਰ ਮੈਟਲ ਦੇ ਇਨਵਾਇਰਮੈਂਟ 'ਚ ਐਡ ਕਰਦੇ ਆ ਤਾਂ ਉਹ ਕੋਰੋਜ਼ਨ ਨੂੰ ਡਿਕਰੀਜ਼ ਕਰਦਾ ਹੈ। ਇਹਦੇ ਤਿੰਨ ਟਾਈਪ ਹੈ ਐਨੋਡਿਕ, ਕੈਥੋਡਿਕ ਐਂਡ ਵੇਪਰ ਫੇਜ਼ ਇਨਹੀਬਿਟਰ। ਅਗਲਾ ਬੇਟਾ ਹੁਣ ਤੱਕ ਆਪਾਂ ਜਿੰਨੇ ਵੀ ਇਹ ਮੈਥਡਸ ਕੀਤੇ ਆ ਦੇ ਵਰ ਆਲ ਅੰਡਰ ਐਕਸਟਰਨਲ ਮੇਜ਼ਰਸ, ਯਾਨੀ ਐਕਸਟਰਨਲੀ ਆਪਾਂ ਇਨਵਾਇਰਮੈਂਟ ਨੂੰ ਮੋਡੀਫਾਈ ਕਰ ਰਹੇ ਹੈ ਜਾਂ ਫਿਰ ਐਕਸਟਰਨਲੀ ਆਪਾਂ ਉਹਦੇ ਪਰ ਇੱਕ ਲੇਅਰ ਚੜਾ ਰਹੇ ਆ, ਪਰਤ ਚੜਾ ਰਹੇ ਆ ਮੋਰ ਐਕਟਿਵ ਮੈਟਲ ਦੀ। ਹੁਣ ਆਪਾਂ ਕਰਨੇ ਆ ਇੰਟਰਨਲ ਮੇਜ਼ਰਸ। ਇੰਟਰਨਲ ਮੇਜ਼ਰਸ ਮਤਲਬ ਆਪਾਂ ਮੈਟਲ ਦੇ ਸਟਰਕਚਰ ਨੂੰ ਇੰਟਰਨਲੀ ਕਿੱਦਾਂ ਮੋਡੀਫਾਈ ਕਰੀਏ, ਉਹਦੀ ਕੰਪੋਜੀਸ਼ਨ ਨੂੰ ਕਿੱਦਾਂ ਮੋਡੀਫਾਈ ਕਰੀਏ ਕਿ ਉਹਨੂੰ ਘੱਟ ਤੋਂ ਘੱਟ ਜੰਗ ਲੱਗੇ। ਸੋ ਇੰਟਰਨਲ ਮੇਜ਼ਰਸ ਮੀਨ ਬਾਈ ਮੋਡੀਫਾਈਂਗ ਇੰਟਰਨਲ ਸਟਰਕਚਰ ਐਂਡ ਕੰਪੋਜੀਸ਼ਨ ਆਫ ਮੈਟਲਸ। ਇਹ ਵੀ ਬੇਟਾ ਅੱਗੇ ਤਿੰਨ ਤਰੀਕੇ ਦਾ ਹੈ। ਪਿਓਰੀਫਿਕੇਸ਼ਨ ਆਫ ਮੈਟਲ, ਐਲੋਇੰਗ ਵਿਦ ਕੋਰੋਜ਼ਨ ਰੈਜ਼ਿਸਟੈਂਟ ਮੈਟਲਸ, ਤੀਜਾ ਹੀਟ ਟਰੀਟਮੈਂਟ ਮੈਥਡ। ਸੋ ਸਭ ਤੋਂ ਪਹਿਲਾਂ ਆ ਗਿਆ ਪਿਓਰੀਫਿਕੇਸ਼ਨ ਆਫ ਮੈਟਲਸ। ਜਿਹੜੀਆਂ ਬੇਟਾ ਇੰਪਿਊਰਿਟੀਜ਼ ਪ੍ਰੈਜ਼ੈਂਟ ਹੁੰਦੀਆਂ ਮੈਟਲਸ ਦੇ ਅੰਦਰ ਉਹ ਡਿਕਰੀਜ਼ ਕਰਦੀਆਂ ਕੋਰੋਜ਼ਨ ਰੈਜ਼ਿਸਟੈਂਸ ਨੂੰ। ਇਸ ਕਰਕੇ ਕੋਰੋਜ਼ਨ ਰੈਜ਼ਿਸਟੈਂਸ ਆਫ ਮੈਟਲਸ ਕੈਨ ਬੀ ਇਨਕਰੀਜ਼ਡ ਬਾਈ ਇਨਕਰੀਜ਼ਿੰਗ ਇਟਸ ਪਿਓਰਿਟੀ। ਪਿਓਰਿਟੀ ਇਨਕਰੀਜ਼ ਕਰ ਦਿਓ, ਕੋਰੋਜ਼ਨ ਰੈਜ਼ਿਸਟੈਂਸ ਆਪੇ ਹੀ ਇਨਕਰੀਜ਼ ਹੋ ਜਾਏਗੀ। ਕੋਰੋਜ਼ਨ ਰੈਜ਼ਿਸਟੈਂਸ ਮਤਲਬ ਉਨਾ ਹੀ ਉਹਨੂੰ ਘੱਟ ਜੰਗ ਲੱਗੇਗਾ। ਦੂਜਾ ਐਲੋਇੰਗ ਵਿਦ ਕੋਰੋਜ਼ਨ ਰੈਜ਼ਿਸਟੈਂਟ ਮੈਟਲ। ਨਾਮ ਤੋਂ ਹੀ ਕਲੀਅਰ ਹੈ ਬੇਟਾ, ਐਲੋਇੰਗ ਮਤਲਬ ਜਦੋਂ ਆਪਾਂ ਇੱਕ ਮੈਟਲ ਦੇ ਅੰਦਰ ਦੂਜੇ ਮੈਟਲ ਨੂੰ ਐਡ ਕਰ ਦਿੰਦੇ ਹੈ। ਸੋ ਜਿਹੜਾ ਕੋਰੋਜ਼ਨ ਰੈਜ਼ਿਸਟੈਂਸ ਮੈਟਲਸ ਦੀ ਹੈ ਉਹਨੂੰ ਆਪਾਂ ਇੰਪਰੂਵ ਕਰ ਸਕਦੇ ਉਹਦੇ ਅੰਦਰ ਐਦਾਂ ਦੇ ਮੈਟਲ ਪਾ ਕੇ ਜਿਹੜੇ ਕੋਰੋਜ਼ਨ ਰੈਜ਼ਿਸਟੈਂਟ ਹੁੰਦੇ ਹੈ, ਲਾਈਕ ਕ੍ਰੋਮੀਅਮ, ਨਿਕਲ ਐਟਸੈਟਰਾ। ਤੀਜਾ ਆ ਗਿਆ ਬੇਟਾ ਹੀਟ ਟਰੀਟਮੈਂਟ। ਜਿਹੜਾ ਹੀਟ ਟਰੀਟਮੈਂਟ ਹੈ ਇਹਦੇ ਅੰਦਰ ਆਪਾਂ ਮੈਟਲ ਨੂੰ ਹੀਟ ਕਰਦੇ ਹੈ। ਸੋ ਹੀਟਿੰਗ ਏ ਮੈਟਲ ਟੂ ਏ ਡੈਫੀਨੇਟ ਟੈਂਪਰੇਚਰ ਐਂਡ ਕੂਲਿੰਗ ਐਟ ਸੁਟੇਬਲ ਰੇਟ ਟੂ ਡਿਵੈਲਪ ਡਿਜ਼ਾਇਰਡ ਮਕੈਨੀਕਲ ਐਂਡ ਫਿਜ਼ੀਕਲ ਪ੍ਰੋਪਰਟੀਜ਼। ਇਹਦੇ ਅੰਦਰ ਬੇਟਾ ਅਗੇਨ 4 ਟਾਈਪਸ ਹੈ। ਪਹਿਲਾ ਕੁਐਂਚਿੰਗ, ਦੂਜਾ ਟੈਂਪਰਿੰਗ, ਤੀਜਾ ਐਨੀਲਿੰਗ, ਚੌਥਾ ਨੋਰਮਲਾਈਜ਼ਿੰਗ। ਸੋ ਇਹ ਬੇਟਾ ਇਹ ਵਾਰੀ ਆਪਾਂ ਅਲੱਗ-ਅਲੱਗ ਕਰਨੇ ਆ। ਕੁਐਂਚਿੰਗ ਜਾਂ ਹਾਰਡਨਿੰਗ ਦਾ ਕਿਆ ਮਤਲਬ ਹੈ? ਅਗਰ ਆਪਾਂ ਕਿਸੇ ਵੀ ਮੈਟਲ ਨੂੰ ਹੀਟ ਕਰੀਏ ਅਪ ਟੂ ਬ੍ਰਾਈਟਨੈਸ ਐਂਡ ਉਹਨੂੰ ਇੱਕਦਮ ਤੇ ਕੂਲ ਕਰੀਏ ਵਾਟਰ ਜਾਂ ਆਇਲ 'ਚ ਪਾ ਕੇ ਤਾਂ ਮੈਟਲ ਐਕਸਟ੍ਰੀਮਲੀ ਹਾਰਡ ਵੀ ਬਣੇਗਾ ਔਰ ਬ੍ਰਿਟਲ ਵੀ ਬਣੇਗਾ। ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਕੁਐਂਚਿੰਗ ਜਾਂ ਫਿਰ ਹਾਰਡਨਿੰਗ। आई एम अगेन रिपीटिंग, पहला मैटल नू हीट किया जाता है अप टू ब्राइटनैस, उसके बाद सडनली वाटर या ऑयल च पा के कूल किया जाता है। दूजा टैंपरिंग, जो क्वेंच मैटल नू आपां अगेन हीट करिए अप टू 500 टू 600 कैलविन और उसके बाद उन्होंने कूल करिए तो बेटा जो साडा मैटल है हार्ड एंड टफ होएगा, इट विल नॉट बी ब्रिटल, वो फिर ब्रिटल नहीं रहेगा। सो अगर सानू हार्ड और ब्रिटल चाहिए वी विल फॉलो क्वेंचिंग, अगर हार्ड एंड टफ चाहिए टैंपरिंग। तीजा आ गया बेटा एनीलिंग, वैन मैटल इज़ हीटेड टू ब्राइटनेस एंड कूल्ड स्लोली
टू रूम टैंपरेचर। पहले च आपां सडनली कूल कीता सी, अगर उन्होंने स्लोली कूल करते हैं तो साडा मैटल बन जाता है सॉफ्ट। दैट प्रोसेस इज़ नोन एज एनीलिंग। दैन चौथा नॉर्मलाइजिंग, वैन मैटल्स हीटेड एंड कूल ग्रैजुअली इन एयर, ताकि ਉਹਦਾ इंटरनल स्ट्रैस रिमूव कर सकीए और टफनेस ਨੂੰ इनक्रीज कर सकीए। then that process is known as normalizing। so quenching, tempering, annealing, normalizing, ये चार process है under heat treatment of metal। and then modification of corrosive environment। ਸਾਡਾ ਜਿਹੜਾ metal है ਉਹਦਾ ਜਿਹੜਾ ਇਨਵਾਇਰਮੈਂਟ ਹੈ ਉਹਦੇ ਅੰਦਰ ਆਪਾਂ ਕਿੱਦਾਂ ਦੇ ਚੇਂਜ ਕਰੀਏ ਤਾਂ ਕਿ ਘੱਟ ਤੋਂ ਘੱਟ ਜੰਗ ਲੱਗੇ, ਘੱਟ ਤੋਂ ਘੱਟ ਕਰੋਜ਼ਨ ਹੋਏ। ਸੋ ਸਭ ਤੋਂ ਪਹਿਲਾਂ ਟੈਂਪਰੇਚਰ, ਅਗਰ ਆਪਾਂ ਟੈਂਪਰੇਚਰ ਇਨਕਰੀਜ਼ ਕਰਦੇ ਆ ਇਨਵਾਇਰਮੈਂਟ ਦਾ ਤਾਂ ਕਰੋਜ਼ਨ ਹਮੇਸ਼ਾ ਇਨਕਰੀਜ਼ ਹੁੰਦਾ ਹੈ। ਦੂਜਾ ਹਿਊਮਿਡਿਟੀ, ਹਿਊਮਿਡਿਟੀ ਮੇਨ ਕਾਜ਼ ਹੈ ਐਟਮੋਸਫੇਰਿਕ ਕਰੋਜ਼ਨ ਦਾ। ਜਿਹੜੀਆਂ ਗੈਸਿਸ ਹੁੰਦੀਆਂ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, H2S ਇਨ ਦੀ ਐਟਮੋਸਫੀਅਰ, ਉਹ ਇਨਕਰੀਜ਼ ਕਰਦੀਆਂ ਐਸਿਡਿਟੀ ਨੂੰ ਔਰ ਜਿਹਦੇ ਕਰਕੇ ਕਰੋਜ਼ਨ ਵੱਧਦਾ ਹੈ। ਇਹ ਮੈਂ ਲਾਸਟ ਲੈਕਚਰ 'ਚ ਵੀ ਦੱਸਿਆ ਸੀਗਾ, ਜਿਹੜੀਆਂ ਗੈਸਿਸ ਹੈ ਦੈਟ ਆਰ ਰਿਸਪੋਂਸੀਬਲ ਫॉर ਐਸਿਡ ਰੇਨ ਆਲਸੋ। ਤੀਜਾ ਇਫੈਕਟ ਆਫ pH, ਜਿਹਦਾ ਆਪਾਂ ਕੀਤਾ ਐਸਿਡਿਕ ਮੀਡੀਅਮ ਦੇ ਅੰਦਰ ਇਵੋਲਿਊਸ਼ਨ ਆਫ ਹਾਈਡਰੋਜਨ ਟਾਈਪ ਕਰੋਜ਼ਨ। ਸੋ ਐਸਿਡਿਕ ਮੀਡੀਆ ਜ਼ਿਆਦਾ ਕਰੋਸਿਵ ਹੁੰਦਾ ਹੈ ਦੈਨ ਐਲਕੇਨਾਈਨ ਔਰ ਨਿਊਟਰਲ ਮੀਡੀਆ। ਅਗਰ ਆਪਾਂ ਇਨਵਾਇਰਮੈਂਟ ਨੂੰ ਐਲਕੇਨਾਈਨ ਬਣਾ ਦਈਏ ਤਾਂ ਜੰਗ ਘੱਟ ਲੱਗੇਗਾ। then nature of electrolyte, ਜਿਹੜੇ एनायंस है that leads to formation of insoluble products, ਉਹ corrosion ਨੂੰ inhibit ਕਰਦੇ ਹੈ। ਜਿਹੜੇ chloride ion present ਹੁੰਦੇ ਹੈ ਉਹ destroy ਕਰਦੇ ਹੈ passive film ਨੂੰ। and last point conductance of corroding medium। so conductance of clay and mineral soil is more than that of dry soil। so ਬੇਟਾ ਇਹ ਕੁਝ point ਹੋ ਗਏ ਜਿਹੜੇ ਸਾਡੇ internal ਮੇਜ਼ਰਸ ਹੈ। ਬਾਕੀ ਐਕਸਟਰਨਲ ਦੇ ਅੰਦਰ ਆਪਾਂ ਕੀਤਾ ਹੀ ਹੈ ਕਿ ਕਿਸੇ ਐਕਟਿਵ ਮੈਟਲ ਨਾਲ ਕਨੈਕਟ ਕਰ ਲਓ, ਕੋਟਿੰਗ ਕਰ ਲਓ। ਸੋ ਇਹ ਮੇਨ ਜਿਹੜਾ ਚੈਪਟਰ ਬੇਟਾ ਤੁਹਾਡਾ ਕਵਰ ਹੈ, ਸਿਰਫ ਇੱਕ ਲੈਕਚਰ ਰਹਿ ਗਿਆ ਹੈ, ਉਹਦੇ ਅੰਦਰ ਬੇਟਾ ਮੈਂ ਤੁਹਾਨੂੰ ਮੇਨ ਪੁਆਇੰਟਸ ਕਰਵਾ ਕੇ ਕਿ ਜਿਹੜਾ ਕਰੋਜ਼ਨ ਹੈ ਇਹ ਕੋਈ ਕਰਸ ਵੀ ਨਹੀਂ ਹੈ, ਜ਼ਰੂਰੀ ਨਹੀਂ ਹੈ ਕਿ ਇਹਦਾ ਹੋਣਾ ਬੁਰਾ ਹੀ ਹੁੰਦਾ ਹੈ। ਇਹ ਇੱਕ ਟੌਪਿਕ ਕਰਵਾਉਣਾ, ਉਹਦੇ ਬਾਅਦ ਨਾਲ ਆਬਜੈਕਟਿਵ ਕੁਐਸਚਨਸ ਕਰਵਾਉਣੇ ਹੈ ਦੋਨੋਂ ਚੈਪਟਰਸ ਦੇ। ਸੋ ਬੇਟਾ ਚੰਗੀ ਤਰ੍ਹਾਂ ਪ੍ਰਿਪੇਅਰ ਕਰ ਲਓ ਫਸਟ ਚੈਪਟਰ ਵੀ ਔਰ ਇਹ ਚੈਪਟਰ ਵੀ, ਤਾਂ ਕਿ ਤੁਹਾਨੂੰ ਨੈਕਸਟ ਲੈਕਚਰ ਦੇ ਅੰਦਰ ਫਿਰ ਮੈਂ ਜਿਹੜੇ ਕੁਐਸਚਨਸ ਪੁੱਛਾਂ ਤੁਸੀਂ ਨਾਲ ਦੀ ਨਾਲ ਪਾਰਟਿਸਿਪੇਟ ਕਰ ਸਕੋ, ਉਹਨਾਂ ਦੇ ਆਨਸਰ ਦੇ ਸਕੋ। ਓਕੇ ਬੇਟਾ, ਥੈਂਕ ਯੂ।